ਧੰਨ ਵਾਹਿਗੁਰੂ ਸਾਹਿਬ ਜੀ। ਮਹੱਲਾ ਪਹਿਲਾ। ਲੱਖ ਚੋਰੀਆਂ ਲੱਖ ਜਾਰੀਆਂ, ਲੱਖ ਕੂੜੀਆਂ ਲੱਖ ਗਾਲ, ਲੱਖ ਠੱਗੀਆਂ ਪਹਿਨਾਮੀਆਂ, ਰਾਤ ਦਿਨਸ ਜੀ ਨਾਲ। ਤਗ ਕਪਾਹੋ ਕੱਤੀਐ, ਬਾਮਣ ਵੱਟੇ ਆਏ। ਕੋਹ ਬੱਕਰਾ ਰਿਨ ਖਾਇਆ, ਸਭ ਕੋ ਆਖੈ ਪਾਏ। ਹੋਏ ਪੁਰਾਣਾ ਸੁਟੀਐ, ਭੀ ਫਿਰ ਪਾਈਐ ਹੋਰ। ਨਾਨਕ ਤਗ ਨਾ ਟੁੱਟਈ, ਜੇ ਤਗ ਹੋਵੈ ਜੋਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸੁਭਾਏਮਾਨ ਸਤਸੰਗੀ ਜਨੋ ਵਡਭਾਗੇ ਹੋ, ਜੋ ਸਤਿਗੁਰਾਂ ਦੀ ਰਹਿਮਤ ਬਖਸ਼ਿਸ਼ ਹਾਸਲ ਕਰ ਰਹੇ ਜੇ। ਚੱਲ ਰਹੀ ਲੜੀਵਾਰ ਆਸਾ ਕੀ ਵਾਰ ਦੀ ਪਾਵਨ ਵਿਚਾਰ 15 ਪੌੜੀਆਂ ਦੀ ਵਿਚਾਰ ਜਿਹੜੀ ਹੈ ਉਹ ਹੋ ਰਹੀ ਹੈ। 14 ਦੀ ਹੋ ਚੁੱਕੀ ਹੈ, 15ਵੀਂ ਦੀ ਚੱਲ ਰਹੀ ਹੈ। 15ਵੀਂ ਪੌੜੀ ਦੇ ਨਾਲ 4 ਸ਼ਲੋਕ ਨੇ। 4 ਸ਼ਲੋਕਾਂ ਦੇ ਵਿੱਚੋਂ ਪਹਿਲੇ ਸ਼ਲੋਕ ਦੀ ਵਿਚਾਰ ਆਪਾਂ ਕੱਲ੍ਹ ਦੇ ਦਿਨਾਂ ਤੱਕ ਸਹੀ ਉਹ ਜਿਹੜੀ ਉਹ ਸਮਾਪਤ ਕੀਤੀ ਹੈ। ਅੱਜ ਦੂਸਰਾ ਸ਼ਲੋਕ ਹੈ। ਇਹ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਹੋਇਆ ਹੈ। ਇਹਦੇ ਨਾਲ ਦੀ ਜਿਹੜੀ ਉਥਾਨਕ ਹੈ ਉਹ ਨਾਲੋਂ ਨਾਲ ਮੈਂ ਤੁਹਾਡੇ ਸਾਂਝੀ ਕਰ ਰਿਹਾ। ਕੱਲ੍ਹ ਆਪਾਂ ਇਸ ਵਿਸ਼ੇ 'ਤੇ ਸਮਾਪਤੀ ਕੀਤੀ ਸੀ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਪੰਡਿਤ ਹਰਦਿਆਲ ਨੂੰ ਕਹਿਣ ਲੱਗੇ, ਪੰਡਿਤ ਜੀ, ਜਿਹੜਾ ਤੁਹਾਡਾ ਜਨੇਊ ਹੈ ਉਹ ਜਿਸ ਵੇਲੇ ਜੀਵ ਚੜ੍ਹਾਈ ਕਰ ਜਾਂਦਾ ਹੈ, ਜਿਹਨੂੰ ਜਨੇਊ ਪਾਇਆ ਹੁੰਦਾ ਹੈ, ਕਹਿੰਦੇ ਜਿਸ ਵੇਲੇ ਉਸ ਜੀਵ ਦਾ ਸੰਸਕਾਰ ਕੀਤਾ ਜਾਂਦਾ ਹੈ, ਉਹਦੀ ਬਾਡੀ ਨੂੰ ਅਗਨ ਭੇਟ ਕੀਤਾ ਜਾਂਦਾ ਹੈ, ਜਿੱਥੇ ਬਾਡੀ ਸੜਦੀ ਹੈ ਉੱਥੇ ਨਾਲ ਦੀ ਨਾਲ ਜਨੇਊ ਸੜ ਜਾਂਦਾ ਹੈ। ਇਹ ਨਾਲ ਸਤਿਗੁਰੂ ਕਹਿੰਦੇ ਜਾ ਨਹੀਂ ਸਕਦਾ। ਇਹ ਜਨੇਊ ਜਿਹੜਾ ਹੈ ਇਹ ਇੱਥੇ ਸੜ ਕੇ ਰਹਿ ਗਿਆ। ਅਤੇ ਇੱਥੇ ਸਤਿਗੁਰਾਂ ਨੇ ਅੰਮ੍ਰਿਤ ਬਚਨ ਵਰਤੇ। ਕੱਲ੍ਹ ਕਹਿਣਗੇ ਉਹ ਮੂਆ ਉਹ ਝੜ ਪਿਆ ਵੇ ਤੱਗਾ ਗਿਆ। ਸਤਿਗੁਰੂ ਕਹਿਣ ਲੱਗੇ ਮਨੁੱਖ ਜਿਹੜਾ ਧਾਗੇ ਤੋਂ ਬਿਨਾਂ ਜਾਂਦਾ ਹੈ। ਜਦੋਂ ਇਹ ਗੱਲ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਹੀ ਤੇ ਪੰਡਿਤ ਹਰਦਿਆਲ ਨੇ ਅੱਗੋਂ ਇੱਕ ਗੱਲ ਕਹੀ, ਨਾਨਕ ਅਸੀਂ ਜਿਹੜਾ ਤਨ ਦੇ ਉੱਤੇ ਧਾਗਾ ਪਾਇਆ ਹੋਇਆ ਹੈ ਕਿ ਇਸ ਧਾਗੇ ਦੇ ਨਾਲ ਪਰਮਾਤਮਾ ਦੇ ਦਰ 'ਤੇ ਪ੍ਰਵਾਨ ਨਹੀਂ ਹੋਵਾਂਗੇ। ਕਿ ਜਿਹੜੇ ਅਸੀਂ ਕਰਮ ਕਰਦੇ ਪਏ ਹਾਂ, ਜਿਹੜੀਆਂ ਧਾਰਮਿਕ ਰੀਤਾਂ ਅਸੀਂ ਨਿਭਾਉਂਦੇ ਹਾਂ, ਇਹਦੇ ਨਾਲ ਰੱਬ ਦੇ ਘਰ ਦੇ ਵਿੱਚ ਕੋਈ ਥਾਂ ਨਹੀਂ। ਸਤਿਗੁਰੂ ਕਹਿਣ ਲੱਗੇ ਤੁਹਾਡੇ ਧਾਰਮਿਕ ਚਿੰਨ੍ਹ ਮੁਬਾਰਕ ਨੇ ਜੇ ਅੰਦਰ ਸਿਧਾਂਤ ਹੈ। ਜੇ ਅੰਦਰੋਂ ਸਿਧਾਂਤ ਉੱਡ ਗਿਆ, ਅੰਦਰ ਇਨਸਾਨੀਅਤ ਨਹੀਂ, ਧਾਰਮਿਕ ਗੁਣ ਕੋਈ ਨਹੀਂ, ਅਤੇ ਪਾਏ ਹੋਏ ਧਾਗੇ ਦਾ ਕੋਈ ਲਾਭ ਨਹੀਂ ਰਹਿਣਾ। ਇੱਕ ਗੱਲ ਯਾਦ ਰੱਖਿਓ। ਇੱਕ ਵਿਚਾਰ ਤੋਂ ਪਹਿਲਾਂ ਮੈਂ ਸਤਿਗੁਰਾਂ ਦਾ ਸ਼ਲੋਕ ਪੜ੍ਹ ਦਿੰਦਾ। ਗੁਰੂ ਨਾਨਕ ਸਾਹਿਬ ਦਾ ਅੰਮ੍ਰਿਤ ਬਚਨ ਹੈ। ਕਹਿਣਗੇ ਹਿੰਦੂ ਕਹਿ ਕਰ ਹਿੰਦੂ ਆਵੈ। ਕਹਿੰਦੇ ਹਿੰਦੂ ਦੇ ਘਰ ਦੇ ਵਿੱਚ, ਖੱਤਰੀ ਦੇ ਘਰ ਦੇ ਵਿੱਚ ਇੱਕ ਬ੍ਰਾਹਮਣ ਜਿਹੜਾ ਸੀ ਉਹ ਜਨੇਊ ਪਾਉਣ ਵਾਸਤੇ ਆ ਗਿਆ। ਹਿੰਦੂ ਕਹਿ ਕਰ ਹਿੰਦੂ ਆਵੇ, ਸੂਤ ਜਨੇਊ ਪੜ ਗਲ ਪਾਵੇ। ਸੂਤ ਪਾਏ ਕਰੇ ਬੁਰਿਆਈ, ਨਾਤਾ ਧੋਤਾ ਥਾਏ ਨਾ ਪਾਈ। ਕਹਿਣਗੇ ਜੇ ਸੂਤ ਪਾ ਕੇ ਧਾਗਾ ਜਨੇਊ ਪਾ ਕੇ ਤੂੰ ਬੁਰਿਆਈਆਂ ਕਰਦਾ ਏ, ਇਹ ਤੋਂ ਚੰਗਾ ਨਾ ਹੀ ਪਾਉਂਦਾ। ਅਤੇ ਘੱਟੋ ਘੱਟ ਤੇਰੀ ਭੁਲੇਖਾ ਤਾਂ ਨਾ ਉਹਨਾਂ ਧਾਰਮਿਕ ਲੋਕਾਂ ਦੇ ਨਾਲ ਪੈਂਦਾ, ਘੱਟੋ ਘੱਟ ਤੇਰੀ ਗਿਣਤੀ ਧਾਰਮਿਕ ਲੋਕਾਂ ਦੇ ਨਾਲ ਤਾਂ ਨਾ ਹੁੰਦੀ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇਹ ਗੱਲ ਮੈਂ ਕੱਲ੍ਹ ਵੀ ਬਿਲਕੁਲ ਸਪਸ਼ਟ ਕੀਤੀ ਸੀ। ਅੱਜ ਸਤਿਗੁਰਾਂ ਨੇ ਇਹ ਜਿਹੜੀਆਂ ਗੱਲਾਂ ਨੇ ਬਿਲਕੁਲ ਸਪਸ਼ਟ ਕੀਤੀਆਂ ਨੇ। ਅਤੇ ਮੈਂ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਇਹ ਗੱਲ ਕਹਿ ਦੇਵਾਂ, ਗੁਰਮੁਖੋ, ਜੇ ਸਾਡੇ ਜੀਵਨ ਅੰਦਰ ਸ਼ੁਭ ਗੁਣ ਨਹੀਂ,
जे असीं भी कुरीतियां दे नाल भरे आ तो मैनूं माफ़ करना, साडियां भी किरपानां पाइयां दा कोई फायदा नहीं, साडे भी गातरे पाए दा बाणे पढ़िया दा कोई फायदा नहीं, जिन्ना चिर अंदर गुणां नूं असीं धारण नहीं करते। मैं परसों भी कहा सी जे ओहदा जनेऊ सड़ना है तो साडे ककार भी सड़ जाने ने, सड़ना सारा कुछ है, नाल परमात्मा दा नाम जाना है। वो चलो तीसरे श्लोक च आपां वेखांगे, जे अज समाप्ति ते विचार आ गई अज नहीं तो कल वेखांगे कि नाए मन्निया पत उपजे मालक दे घर दे विच किनू थां दित्ती जांदी है। एक गल होर, गुरु ग्रंथ साहिब महाराज जी की समुची बाणी दे विच ना चिन्हां दी कोई महानता नहीं जे। अमृत बाणी दे विच जिन्ना भी जोर दिता गया है ना वो सारे का सारा परमेश्वर के नाम ते दिता गया है। मैं एक दो उदाहरण चलो दे देना। असी भगत साहिबाना का जीवन पढ़ते हैं। भगत रविदास जी ये तो शूदर ने, इन्हों मंदिर च नहीं वड़न दिता जाता, इन्हें जनेऊ पाया सी नहीं, इन्हें धार्मिक चिन्ह नहीं पाया, पर बंदगी इन्नी की जेड़े पंडित इन्हों मंदिरों के विच नहीं सी वड़न देंदे। भगत रविदास जी कहते अज परमात्मा के नाम की इन्नी कृपा हुई कि वह मेरे बूहे ते आण के खलोते हुए ने। अब विपर प्रधान करें डंडौत, कहते हुण जेड़े विपर जेड़े प्रधान सन अपने आप को चौधरी समझते सन, हुण मेरे चरणों के विच आण के डंडौत बंदना करते हैं। काहदे वास्ते? एक परमात्मा के नाम की महानता है। मैं तां बेनती कर दी, अगलियां गल्लां कौड़ियां ने। मैं कल ही कहा सी जेरा थोड़ा जिहा वड्डा रखिया होया, जिहड़ियां गल्लां सतगुरां ने अज कहणियां ने। जिस वेले पंडित हरदयाल ने कहा साडा पाया होया जनेऊ जिहड़ा है साडे तन दे जिहड़े चिन्ह ने कि ये मालक दे दर ते एक प्रवान नहीं, उत्थे मेरे सतगुरां ने फिर दूसरा श्लोक उचारण किया, महला पहला। सतगुरु कहन लगे पंडित जी बाहरों तुसीं जनेऊ पाया होया है, अंदर की कमाउंदे पए जे? कहन लगे लख चोरियां, लख जारियां, लख कूड़ियां, लख गाल। सतगुरु कहन लगे तुसी अंदरों किन्नियां रोजाना दियां धार्मिक बाणा पा के ते चोरियां पे करदे जे। मैं पिछले दिन एक शब्द वरतिया सी, जेड़ा फड़िया जांदा वो चोर है, जेड़ा बच जांदा वो साध है। अज दी परिभाषा बस इन्नी क है। जे तुसी ये गल कह दिओ कि मेरे वर्गा गुरु की हजूरी दे विच चिट्टे कपड़े पा के बैठा तो शायद बाबा बड़ा पवित्र होएगा, मैं हजूरी दे विच बैठा कहना ये तुहाडे मन का भुलेखा हो सकता, इदा मेरे गुरु नूं ये गल बिल्कुल पाउंदी नहीं। सतगुरु कहंदे अंदर तू चोरियां कमाउना, तो चोरी कल्ली पैसे की नहीं हुंदी। तुसी ये समझो भी कोई 5-10 रुपये 1000 2-4 लाख 10 लाख किसी का मार लिया वो चोरी है नहीं। याद रखियो साडियां अखां चोरी करदियां ने, साडा मन चोरी पिया करदा है, साडी बॉडी साडे इंद्रे चोरियां पे करदे ने। सतगुरु कह लगे किन्नियां क चोरियां रोजाना अपने जी दे नाल कमाउना पिया है तू। ये धर्म का फलसफा नहीं ना, धर्म ने तेनू चोरी करन तो डकना है। पिछले दिन मैं ककारां दी महानता दसी सी, गुरमुखो कड़ा इसे गल का प्रतीक है। जदों तेरा हथ चोरी वास्ते उठे, जदों तेरा हथ रिश्वत लैन गलत पासे वाल उठे, गुरु का पाया होया कड़ा तेनू एक गल तो रोकदा है कि यह सिख का धर्म नहीं। याद रखी तू किसी का हक कोई नहीं खाना, तू इन्हां कर्मां दे विच नहीं पैना। सतगुरु कहन लगे लख चोरियां, अगे शब्द है लख जारियां। गुरु ग्रंथ साहिब महाराज जी दे अंदर 2 वार ये 2 तरीकों के नाल जार शब्द वरत्या जाता है। एक जज्जे दे नाल है, जज्जे नूं कन्ना ते रारा जार। एक यईए दे नाल है, यईए कन्ना ते रारा यार। वो यार है, ये जार है। जिथे चलो इहदा कोई अंतम तोड़ तो नहीं, पर जिन्नी क मालक ने सुमत बख्शी है, जिथे जज्जे नूं कन्ना ते रारा जार आ जे उहदा अर्थ विचारी है, जिथे यईए कन्ना ते रारा यार आ जे उहदा अर्थ संत गुरु अते परमात्मा दे प्यार दा लखायक उहदा सूचक है। जदों भी गुरु ग्रंथ साहिब दे विच जज्जे दे कन्ना रारा जार आवेगा ना, उहदा अर्थ है विषय विकारां दे विच खचित होया मनुख। ते जार दी परिभाषा की है, इनू थोड़ा जिहा समझ लिओ। किसी भी पराए मनुख जां इस्त्री दी बॉडी दे वल वासना संयुक्त जिहड़ा झुका होण नूं जिहड़ा वो जारियां कहा जांदा है। फिर मैं रिपीट कर देवां, किसी भी अननोन परसन जिहड़ा जिहदा तुहाडा संपर्क नहीं, पति पत्नी का रिश्ता नहीं, वो किसी मनुख की तुसीं बॉडी दे वल वासना नूं वेख के आकर्षित हुंदे जे, उत्थों जिहड़ा मोह पैदा होया उहनूं जारी कहा जाता है। तो गुरु ग्रंथ साहिब महाराज जी ने इस गल की जिहड़ी वो डंके की चोट के नाल नखेधी की है। सिख का ये जीवन नहीं। एक रहतनामे का बोल है गुरु गोबिंद सिंह महाराज जी के अमृत बचना दे विचों, ते वो मैं पिछले दिन भी साझा कीता सी, अज फिर कर देना। कहन लगे पर बेटी सो नेहो जो लावै, कहे गोबिंद सिंह वो सिंह नहीं भावै। भाई नंद लाल जी कहन लगे जिहड़े पराई बेटी दे नाल, ये दोवें पक्षां तो है।
ਇਸਤਰੀ ਮਰਦ ਤੇ ਮਰਦ ਇਸਤਰੀ ਜਿਹੜਾ ਕਿਸੇ ਦੇ ਨਾਲ ਵਾਸ਼ਨਾ ਸੰਯੁਕਤ ਮੋਹ ਪਾਉਂਦਾ ਏ, ਸਤਿਗੁਰੂ ਕਹਿੰਦੇ ਇਹੋ ਜਿਹਾ ਬੰਦਾ ਮੈਨੂੰ ਚੰਗਾ ਨਹੀਂ ਲੱਗਦਾ। ਕਿਉਂ? ਕਿਉਂਕਿ ਰਹਿ ਨਹੀਂ ਰਹਿ ਸੋਈ ਸਿੱਖ ਮੇਰਾ ਵਹਿ ਠਾकुर मैं उसका चेहरा। एक गल याद रखियो, गुरु ग्रंथ साहिब महाराज जी की बाणी ने प्रेम नूं स्वीकार किया है, पर वो प्रेम वाशना के अधीन ना होवे। इत्थे जिन्नियां भी उदाहरणां प्रेम दीयां दित्तियां गईयां ने वो निर्लेप है, उहदे विच वाशना नहीं। मच्छी की पानी दे नाल प्रीत की गल कीती है, भंवर की फुੱਲ दे नाल प्रीत की गल कीती है, माँ की पुत्र दे नाल प्रीत की गल कीती है, गां दे बच्चे की दुध दे नाल प्रीत की गल कीती है, सिख की गुरु के रिश्ते दे नाल प्रीत की गल कीती है। ये जिन्ने भी प्रेम ने ये वाशना तो रहत ने। याद रखियो जिहड़े वाशना संयुक्त प्रेम सन, हीर रांझा होया, सस्सू पन्नू होया, मिर्जा साहब होया, इन्हां दा एक वार भी गुरु ग्रंथ साहिब दे विच जिक्र नहीं। उहदा कारण किते इहो जिहे प्रेम वाल मेरा सिख खचित ना होवे जिथे वाशना हो जावे, क्योंकि वाशना तो बचा के सतगुरां ने जिहड़ा सी इह जीवन नूं घाड़त करके साडे सामने रखना है। जदों भी गुरु ग्रंथ साहिब दी बाणी पढ़ोगे ना, ये इत्थे जिहड़ा वाशना संयुक्त प्यार नहीं तुहानूं मिलेगा। प्यार मिलेगा पर एक माँ ते पुੱਤ ਦਾ मिलेगा, प्यार मिलेगा एक गुरु ते सिख ਦਾ मिलेगा। गुरमुखो सतगुरु कहन लगे पंडित जी कि तुहाडे अंदर ये गल चलदी नहीं, तो मैं अज थोड़ा जिहा स्पष्ट कर देवां। गुरमुखो ये जिन्ने भी धार्मिक बाणे वाले ने ना, मता मन च भुलेखा रखियो, मैं नखेधी तो नहीं किसी दी करदा, पर 90-95% जिहड़े अंदरों लोग ने वो जारियां कमाउंदे पए ने। ये गल दी कड़वी सच्चाई है, जितों असीं जिहड़ा कई कोहां दूर है। कोई किसी रूप दे नाल इस शब्दां नूं जिहड़ा वो वरत जांदा है, कोई किसी रूप दे नाल कर जांदा। अंदर मन दे विच जिहड़ी फीलिंग है, जिहड़ा मन पिया चलदा, वो उसे ही वाशना नूं लैके चलदा पिया है। दबल्ली ताड़ी वजदी है, ताड़ी कदी एक हत्थ दे नाल नहीं वजदी। मैं इसे करके कहना ना, रब करके सानूं इन्हां चीज़ां तो बचावे। वो जीवन दी औखा पॉइंट है साडा, जिहदे तो तकरीबन वड्डे वड्डे देवी देवते जाके डोल जांदे ने। सतगुरु कह लगे पंडित जी तुहाडा धागा पाया होया की करेगा? जे तुसीं चोरियां कमाउंदे रहे, जे तुसीं जारियां ही कमाउंदे रहे, तो लख चोरियां लख जारियां। अगे सतगुरु शब्द वरतदे ने, कहन लगे लख कूड़ियां लख गाल। कूड़ियां दा अर्थ है कूड़, कूड़ कहिंदे ने झूठ नूं, गाल दा अर्थ है गालां कढणियां, भद्दी शब्दावली बोलनी। सतगुरु कह लगे तुसीं किन्नी वार एक दिन दे विच जिहड़ा झूठ बोलदे ते जदों मनुख किसी नूं गालां कढदे उदों लै रब दा नां। याद रखियो जिस धर्म ने ईरखा खत्म करनी सी ना, अज उस ही धर्म दे विच ईरखा पैदा होके ते एक दूजे के खिलाफ जड़ियाँ वो गालो गलोच होया जांदा। अज तो ये चीज़ां तुहानूं शरेआम वेखण नूं सोशल मीडिया ते मिल जाणगीआं। एक प्रचारक दूसरे नूं गालां कढदा पिया, दूसरा तीसरे नूं कढदा, एक संस्था दूसरे नूं माड़ी बोलदी पई है, दूसरी संस्था पहली नूं माड़ी बोलदी पई है। सतगुरु कह लगे लख कूड़ियां लख गाल। याद रखियो जिहड़ा धर्म का प्रचार तुहानूं झूठ दे थल्ले करना पै जे, वो राजनीति हो सकती है, उन्होंने धर्म नहीं तुसीं कह सकते। अज असी अपने घर दीयां रोटियां सेकण वास्ते मैनूं समझ नहीं आउंदी किन्ना क असी झूठ का सहारा लवांगे, किन्ना क इन्हां पासिआं नूं जावांगे। अज एक भोग पिया, चलो मैं एक मेरे मन च हुंदा भी मैं लाइव दे विच इहो जिहियां गल्लां ना ही करां, पर फिर भी किते ना किते सांझी आ जांदी है। आप सरबत नूं संगत नूं पता मशहूर गायक दा अज भोग सी, उत्थे साडीआं सरमाएदार हस्तियां भी पहुंचियां। एक बहुत महान कौम की सरमाएदार हस्ती वो कथा करते, उन्हें शब्द वरते, कहन लगे जी ये मां नूं वेख के ते मैनूं माता गुजरी चेते आ जाती है। चलो ठीक है, तुसीं फीलिंग दे विच आण के जो मर्जी शब्द वरत देंदे जे, पर एक गल याद रखियो सिद्धांत तुहानूं कदी इजाजत नहीं देवेगा किहड़ी चीज़ तुसीं कित्थे फिट करदे पए जी। इहदा तुहानूं रब नूं जवाब देना पएगा। तुसीं व्यू लैण दे मारे, लोगों की वाह वाह खट्टन दे मारे जिहड़ा कित्थे माँ गुजरी है, कित्थे एक सधारण माँ है, उहदी तुलना देंदे जे, इनू गुरु बर्दाश्त नहीं करेगा। एक गल ये झूठ शरेआम गुरु की हजूरी च बैठ के झूठ कमाया जाता पिया है। तो जिस दिन यदा बंदे का रौला चलिया ना, चलो मैं यदा दुखी नहीं, पर मेरा एक मन पक्का कहंदा सी, मना जिन्ने साडे जथेदार भी पहुँचे सारे पहुँचे, यदा मतलब सारे ये गाने सुनते होणगे, सारे नूं पता लगा ना फलाना बंदा मर गया। जिहड़ा उन्होंने सुनता ही नहीं उन्होंने की पता हैगा सी। ये तुहानूं वहम पाया जाता है गुरमुखो, ये नहीं जी लच्चरताई वाले पासे ना जाओ ना जाओ ना जाओ। पर अज दी दिन ने यह गल शरेआम प्रगट करके रख दी, जिन्हें मनुख ने लच्चरताई भी जिहड़ी पेश करनी है जी, उहदे कोल लोकां दे व्यू ने ते साडे जथेदार उन्हां दे घरां च जाके बैठ जांदे ने। इहदा भाव है जे तुसीं भी गाने सुनदे ते तुहाडे जथेदार भी सुनदे ने, कोई झिझकण दी लोड़ नहीं।
ਇਹ ਬੜੀ ਸ਼ਰਮ ਵਾਲੀ ਗੱਲ ਹੈ ਸਾਡੇ ਵਾਸਤੇ। ਚਲੋ ਮੈਂ ਪੱਖ ਨੂੰ ਨੇੜੇ ਰੱਖਾਂ। ਸਤਿਗੁਰੂ ਕਹਿਣ ਲੱਗੇ ਲੱਖ ਕੂੜੀਆਂ, ਤੂੰ ਕਿੰਨਾ ਕੁ ਝੂਠ ਬੋਲੇਂਗਾ ਰੋਟੀਆਂ ਵਾਸਤੇ, 4 ਛਿੱਲੜਾਂ ਵਾਸਤੇ। ਗੁਰਮੁਖੋ ਇਹ ਕਿੰਨਾ ਕੁ ਪੈਸਾ ਅਸੀਂ ਕਮਾਵਾਂਗੇ? ਝੂਠ ਮਾਰ ਕੇ ਪੈਸਾ ਕਮਾਉਂਦੇ ਆ ਨਾ। ਇੱਕ ਅੰਮ੍ਰਿਤ ਬਾਣੀ ਦਾ ਬਚਨ ਹੈ ਜੀ, ਕਹਿਣ ਲੱਗੇ ਬਹੁ ਪਰਪੰਚ ਕਰ ਪਰ ਧਨ ਲਿਆਵੇ। ਤੁਸੀਂ ਜੋੜੋ ਜਿੰਨੇ ਪੈਸੇ ਜੋੜ ਸਕਦੇ ਜੇ, ਪਰ ਇੱਕ ਗੱਲ ਯਾਦ ਰੱਖਿਓ, ਠੱਗੀਆਂ ਮਾਰ ਕੇ ਪੈਸੇ ਜੋੜਦੇ ਜੇ ਤੁਹਾਡੀ ਜ਼ਿੰਦਗੀ ਤੇ ਹੰਡ ਗਈ। ਇੱਕ ਗੱਲ ਸੱਚਾਈ ਹੈ, ਜਿਹੜਾ ਮਨੁੱਖ ਮਿਹਨਤ ਕਰਕੇ ਕਮਾਈ ਲਿਆਉਂਦਾ ਉਹ ਕਦੀ ਖਾ ਨਹੀਂ ਸਕਦਾ। ਉਹ ਵਿਚਾਰਾ ਤਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਉਂ ਕੰਮ ਤੇ ਲੱਗਾ ਉਹਦਾ ਤੇ ਸਿਰ ਖੁਰਕਣ ਨਹੀਂ ਹੁੰਦਾ। ਜਿਹੜੀ ਮਗਰ ਐਸ਼ੋ ਆਰਾਮ ਕੀਤੀ ਜਾਂਦੀ ਹੈ, ਜਿਹੜਾ ਪੈਸਾ ਉਡਾਇਆ ਜਾਂਦਾ ਉਹ ਔਲਾਦ ਮਗਰ ਡਾਉਂਦੀ ਹੈ। ਘਰ ਬੈਠੇ ਹੋਏ ਵਿਹਲੇ ਡਾਉਂਦੇ ਨੇ। ਜਿਹੜਾ ਬੰਦਾ ਕਮਾਉਂਦਾ ਉਹ ਸਾਰੀ ਦਿਹਾੜੀ ਤੇ ਕੰਮ ਤੇ ਫਾਹੇ ਲੱਗਾ, ਨਾ ਉਹਨੂੰ ਕੋਈ ਛੁੱਟੀ ਆਉਣੀ ਹੈ, ਨਾ ਕਿਤੇ ਜਾ ਸਕਦਾ, ਨਾ ਆ ਸਕਦਾ। ਸਤਿਗੁਰੂ ਕਹਿੰਦੇ ਤੂੰ ਠੱਗੀਆਂ ਮਾਰ ਕੇ, ਝੂਠ ਮਾਰ ਕੇ ਪੈਸਾ ਇਕੱਠਾ ਕਰਕੇ ਲਿਆਂਦਾ। ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁੱਤ ਦਾਰਾ ਪਹਿ ਆਨ ਲੁਟਾਵੈ। ਦਾਰਾ ਕਹਿੰਦੇ ਨੇ ਪਤਨੀ ਨੂੰ। ਬੱਚਿਆਂ ਤੋਂ ਲੁਟਾ ਦਿੱਤਾ, ਪਤਨੀ ਨੂੰ ਖੁਸ਼ ਕਰ ਦਿੱਤਾ, ਪਤਨੀ ਤੋਂ ਲੁਟਾ ਦਿੱਤਾ। ਸਤਿਗੁਰੂ ਕਹਿ ਲਗੇ ਮਨ ਮੇਰੇ ਭੂਲੇ ਕਪਟ ਨਾ ਕੀਜੇ। ਮਨਾ ਤੂੰ ਭੁੱਲ ਕੇ ਵੀ ਇਹੋ ਜਿਹਾ ਕਪਟ ਨਾ ਕਰੀ। ਅੰਤ ਨਬੇਰਾ ਤੇਰੇ ਜੀ ਪਹਿਲੀ। ਜੇ ਤੇਰੀ ਜਿੰਦ ਦੇ ਕੋਲੋਂ ਹਿਸਾਬ ਮੰਗਿਆ ਜਾਣਾ, ਬੱਚਿਆਂ ਕੋਲ ਹਿਸਾਬ ਨਹੀਂ ਕਿ ਤੁਸੀਂ ਪੈਸਾ ਕਿੱਥੋਂ ਖਾਦਾ ਹੈ, ਤੇਰੇ ਕੋਲੋਂ ਹਿਸਾਬ ਮੰਗਿਆ ਜਾਣਾ ਕਿ ਤੂੰ ਬੱਚਿਆਂ ਨੂੰ ਹਰਾਮ ਦੀ ਕਮਾਈ ਲਿਆ ਕੇ ਖਵਾਉਂਦਾ ਪਿਆ। ਜਿਨ੍ਹਾਂ ਦੀ ਕਮਾਈ ਖਾਦੀ ਹੁਣ ਹਿਸਾਬ ਕਿਤਾਬ ਤੂੰ ਦੇ। ਕਹਿਣ ਲੱਗੇ ਤਨ ਛਿਨ ਛਿਨ ਜਰਾ ਜਿਨ ਇਹ ਤਨ ਛੀਜੈ ਜਰਾ ਜਨਾਵੈ, ਤਬ ਤੇਰੀ ਓਕ ਕੋਈ ਪਾਣੀਓ ਨਾ ਪਾਵੇ। ਜਿਨ੍ਹਾਂ ਬੱਚਿਆਂ ਦੇ ਵਾਸਤੇ ਤੁਸੀਂ ਇਹ ਗੁਰੂ ਦੇ ਸਿਧਾਂਤ ਨੂੰ ਛਿੱਕੇ ਟੰਗ ਕੇ, ਜਿਨ੍ਹਾਂ ਬੱਚਿਆਂ ਦੇ ਵਾਸਤੇ ਤੁਸੀਂ ਜਿਹੜਾ ਹੈ ਉਹ ਝੂਠ ਮਾਰ ਕੇ, ਧੋਖਾ ਫਰੇਬ ਕਰਕੇ ਮਾਇਆ ਇਕੱਠੀ ਲੈ ਕੇ ਆਉਂਦੇ ਜੇ ਨਾ, ਉਹੀ ਉਹ ਬੱਚੇ ਉਂਗਲ ਲਾ ਕੇ ਤੁਹਾਨੂੰ ਇੱਕ ਦਿਨ ਬਿਰਧ ਆਸ਼ਰਮ 'ਚ ਛੱਡ ਆਉਣਗੇ। ਤੁਹਾਡਾ ਪੈਸਾ ਕਿਸੇ ਕੰਮ ਨਹੀਂ ਜੇ ਆਉਣਾ। ਕਿੰਨਾ ਕੁ ਪੈਸਾ ਜੋੜ ਲੋਗੇ? ਲਿਮਟ ਹੁੰਦੀ ਹੈ। ਪੈਸਾ ਕਮਾਓ। ਮੈਂ ਬੜੀ ਵਾਰੀ ਕਿਹਾ ਜਿਹੜਾ ਹੱਕ ਦਾ ਪੈਸਾ ਸੀ, ਰਾਜਾ ਸ਼ਿਵਨਭ ਇਹ ਵੀ ਅਮੀਰ ਹੈ, ਸੱਜਣ ਠੱਗ ਇਹ ਵੀ ਅਮੀਰ ਹੈ। ਗੁਰੂ ਨਾਨਕ ਸਾਹਿਬ ਸੱਜਣ ਠੱਗ ਨੂੰ ਕਹਿੰਦੇ ਨੇ ਲੰਗਰ ਲਾ ਦੇ, ਪੈਸਾ ਵਰਤਾ ਦੇ। ਰਾਜੇ ਸ਼ਿਵਨਾਭ ਨੂੰ ਨਹੀਂ ਕਹਿੰਦੇ। ਸ਼ਿਵਨਾਭ ਦੀ ਹੱਕ ਦੀ ਕਮਾਈ ਹੈ, ਸੱਜਣ ਠੱਗ ਦੀ ਹਰਾਮ ਦੀ ਕਮਾਈ ਹੈ। ਸਤਿਗੁਰੂ ਕਹਿੰਦੇ ਕਿੰਨਾ ਕੁ ਤੂੰ ਕੂੜ ਬੋਲ ਬੋਲ ਕੇ ਪੈਸਾ ਇਕੱਠਾ ਕਰੇਗਾ, ਤੈਨੂੰ ਉਹਦਾ ਹਿਸਾਬ ਦੇਣਾ ਪੈਣਾ ਹੈ। ਇੱਕ ਗੱਲ ਮੈਂ ਜਿਹੜੀ ਕਹਿਣੀ ਚਾਹੁੰਦਾ, ਤੁਸੀਂ ਜਿੰਨੀ ਮਰਜ਼ੀ ਮਾਇਆ ਇਕੱਠੀ ਕਰ ਲਓ, ਜਿਹੜੀ ਹੱਕ ਦੀ ਹੈ ਨਾ ਉਹੀ ਉਹ ਕੰਮ ਆਉਣੀ ਜੇ। ਜਿਹੜੀ ਬੇਹੱਕੀ ਇਕੱਠੀ ਕਰਕੇ ਤੁਸੀਂ ਕਈ ਮੰਜ਼ਿਲਾਂ ਵੀ ਇਕੱਠੀਆਂ ਕਰ ਲਓ, ਬੱਚਿਆਂ ਨੇ ਤੁਹਾਨੂੰ ਉੱਥੇ ਟਿਕਣ ਵਾਸਤੇ ਜਿਹੜੀ ਹੈ ਮੰਜੀ ਵੀ ਨਹੀਂ ਤੁਹਾਡੀ ਕੋਠੀ ਦੇ ਵਿੱਚ ਡੱਠਣ ਦੇਣੀ। ਇੱਕ ਗੱਲ ਯਾਦ ਰੱਖਿਓ ਜੇ, ਸਤਿਗੁਰੂ ਇੱਥੇ ਸਮਝਾ ਰਹੇ ਨੇ ਲੱਖ ਕੂੜੀਆਂ ਲੱਖ ਗਾਲ। ਕਹਿੰਦੇ ਕਿੰਨਾ ਕੁ ਝੂਠ ਬੋਲੇਗਾ। ਇੱਕ ਦਿਨ ਇਹੋ ਜਿਹਾ ਸਾਡੇ ਤੇ ਸਮਾਂ ਆਉਂਦਾ, ਸਾਰੇ ਸਾਥ ਛੱਡ ਜਾਂਦੇ। ਜਦੋਂ ਬੰਦਾ ਬਜ਼ੁਰਗੀ ਵੱਲ ਜਾਂਦਾ ਹੈ ਨਾ, ਇਹ ਬਜ਼ੁਰਗ ਦੀ ਅਵਸਥਾ ਹੋ ਜਾਂਦੀ ਹੈ, ਗਲ ਦੇ ਵਿੱਚ ਬਲਗਮ ਜੰਮ ਬਣ ਜਾਂਦੀ ਹੈ, ਕੂਇਆ ਨਹੀਂ ਜਾਂਦਾ, ਖਾਉਂ ਖਾਉਂ ਕਰਦਾ ਰਹਿੰਦਾ ਹਰ ਵੇਲੇ, ਤੇ ਸਰੀਰ ਜਿਹੜਾ ਹੈ ਉਹ ਜਰਜਰਾ ਹੋ ਜਾਂਦਾ, ਤੁਰਿਆ ਨਹੀਂ ਜਾਂਦਾ। ਜਿਹੜਾ ਉਹ ਮਨੁੱਖ ਦਿਮਾਗ ਤਕਰੀਬਨ ਬੱਚੇ ਵਾਂਗ ਜਾਂ ਕਹਿ ਦਈਏ ਫੇਲ ਹੋਣਾ ਲੱਗ ਪੈਂਦਾ। ਸਮਝ ਨਹੀਂ ਆਉਂਦੀ ਬਜ਼ੁਰਗ ਨੇ ਕਰਨਾ ਕੀ ਹੈ। ਜਿਹੜੇ ਬੱਚਿਆਂ ਵਾਸਤੇ ਤੂੰ ਝੂਠ ਬੋਲਦਾ ਰਿਹਾ, ਠੱਗੀਆਂ ਮਾਰਦਾ ਰਿਹਾ, ਅੱਜ ਉਹੀ ਉਹ ਬੱਚੇ ਕਹਿੰਦੇ ਨੇ ਕਿ ਸਾਡੇ ਕੋਲ ਮਾਂ ਬਾਪ ਨਹੀਂ ਸਾਂਭਿਆ ਜਾਣਾ। ਮਾਂ ਬਾਪ ਤੇ ਚਲੋ ਸ਼ਬਦ ਵਰਤਦੇ ਨਹੀਂ ਨਾ, ਬੁੱਢਾ ਬੁੜੀ ਕਹਿੰਦੇ ਨੇ, ਕਹਿੰਦੇ ਸਾਡੇ ਕੋਲੋਂ ਨਹੀਂ ਸਾਂਭੇ ਜਾਣੇ। ਇੱਕ ਗੱਲ ਯਾਦ ਰੱਖਿਓ, ਜੇ ਜਪਿਆ ਹੋਇਆ ਤੁਹਾਡਾ ਨਾਮ ਪੱਲੇ ਹੋਏਗਾ ਨਾ, ਧੀਆਂ ਪੁੱਤ ਨਾ ਸਾਂਭਣਗੇ ਪਰ ਗੁਰੂ ਤੁਹਾਨੂੰ ਸਾਂਭੇਗਾ। ਜਦੋਂ ਗੁਰੂ ਦਾ ਨਾਮ ਜਪਣਾ ਸੀ ਉਦੋਂ ਤੁਸੀਂ ਠੱਗੀਆਂ ਮਾਰਦੇ ਰਹੇ। ਜਿਨ੍ਹਾਂ ਵਾਸਤੇ ਠੱਗੀਆਂ ਮਾਰੀਆਂ ਉਹਨਾਂ ਨੇ ਮੰਜੀ ਬਾਹਰ ਕੱਢ ਦੇਣੀ ਜੇ। ਇਹ ਪ੍ਰਤੱਖ ਅੱਜ ਸਾਡੇ ਪੰਜਾਬ ਦੀ ਸਾਡੇ ਕੋਲ ਤਸਵੀਰ ਹੈ। ਫਿਰ ਕਿਹਦੇ ਵਾਸਤੇ ਅਸੀਂ ਜੋੜਦੇ ਹਾਂ? ਮੈਂ ਫਰਜ਼ਾਂ ਤੋਂ ਜਿਹੜਾ ਹੈ ਉਹ ਤਾਈ ਕਰਨ ਵਾਸਤੇ ਨਹੀਂ ਕਹਿੰਦਾ, ਫਰਜ਼ਾਂ ਤੋਂ ਭੱਜਣ ਵਾਸਤੇ ਨਹੀਂ ਕਹਿੰਦਾ। ਫਰਜ਼ ਨਿਭਾਓ ਪਰ ਇਸ ਹਿਸਾਬ ਦੇ ਨਾਲ ਨਿਭਾਓ ਕਿ ਤੁਹਾਨੂੰ ਰੱਬ ਦੇ ਦਰਬਾਰ ਦੇ ਵਿੱਚ ਜਿਹੜਾ ਝੂਠਾ ਨਾ ਸਾਬਤ ਹੋਣਾ ਪਵੇ। ਸਤਿਗੁਰੂ ਕਹਿ ਲੱਗੇ ਲੱਖ ਕੂੜੀਆਂ ਲੱਖ ਗਾਲ। ਕਹਿੰਦੇ ਲੱਖਾਂ ਵਾਰ ਤੂੰ ਝੂਠ ਬੋਲਦਾ ਹੈ, ਕਿਹਦੇ ਵਾਸਤੇ ਝੂਠ ਬੋਲੀ ਜਾਂਦਾ ਹੈ? ਆਪਣੇ ਤੇ ਤੇਰੇ ਕੰਮ ਨਹੀਂ ਨਾ ਹੋਣਾ। ਸਾਰੀ ਦੌਲਤ ਇਕੱਠੀ ਕਰ ਕਰਕੇ ਬੱਚਿਆਂ ਨੂੰ ਦੇ ਦਿੱਤੀ, ਬੱਚਿਆਂ ਨੇ ਤੈਨੂੰ ਫੜ ਕੇ ਛਿੱਕੇ ਟੰਗ ਦਿੱਤੇ, ਤਾਂ ਪੱਲਾ ਹੀ ਕੱਖ ਨਾ ਪਿਆ। ਸਤਿਗੁਰੂ ਸਮਝਾ ਰਹੇ ਨੇ, ਪੰਡਿਤ ਜੀ ਮੈਨੂੰ ਦੱਸੋ, ਗੱਲ ਦੇ ਵਿੱਚ ਧਰਮ ਦਾ ਬਾਣਾ ਪਾਇਆ ਹੋਇਆ। ਮੈਨੂੰ ਬਾਰ-ਬਾਰ ਕਬੀਰ ਸਾਹਿਬ ਜੀ ਦਾ ਉਹ ਸਲੋਕ ਯਾਦ ਆਉਂਦਾ ਹੈ ਕਿ ਮਨ ਜਾਣਤ ਸਭ ਬਾਤ ਜਾਣਤ ਹੀ ਔਗਣ ਕਰੇ। ਇੱਕ ਗੱਲ ਯਾਦ ਰੱਖਿਓ, ਫੌਜੀ ਜਿਹੜੇ ਨੇ ਨਾ, ਫੌਜ ਦੇ ਵਿੱਚ ਜਿਹੜਾ ਗਲਤੀ ਕਰਦਾ ਉਹਨੂੰ ਪਿੱਠੂ ਲਾਇਆ ਜਾਂਦਾ ਹੈ। ਆਮ ਮਨੁੱਖ ਨੂੰ ਪਿੱਠੂ ਨਹੀਂ ਲੱਗਦਾ। ਫੌਜੀ ਦੇ ਵਿੱਚ, ਫੌਜ ਦੇ ਵਿੱਚ ਇਹ ਰੂਲ ਹੈ, ਉਹਨੂੰ ਪਿੱਠੂ ਲਾਇਆ ਉਹ ਜਾਂਦਾ। ਉਹਦਾ ਕਾਰਨ ਹੈ ਉਹਨੂੰ ਸਾਰੇ ਰੂਲ ਸਮਝਾਏ ਹੁੰਦੇ ਨੇ। ਜੇ ਰੂਲ ਸਮਝਣ ਤੋਂ ਬਾਅਦ ਵੀ ਤੂੰ ਗਲਤੀ ਕਰੇਗਾ ਤੈਨੂੰ ਪਿੱਠੂ ਲੱਗੇਗਾ, ਪਿੱਠੂ ਲਾਇਆ ਜਾਵੇਗਾ। ਜੇ ਤੂੰ ਧਰਮ ਦਾ ਬਾਣਾ ਪਾ ਕੇ ਸਾਰੀ ਜਾਣਕਾਰੀ ਧਰਮ ਦੀ ਰੱਖ ਕੇ ਪਾਪ ਕਰਦਾ, ਪਿੱਠੂ ਰੱਬ ਦੇ ਘਰ 'ਚ ਤੈਨੂੰ ਵੀ ਲਾਇਆ ਜਾਣਾ ਹੈ। ਤੇਰਾ ਹਿਸਾਬ ਕਿਤਾਬ ਉੱਥੇ ਵੀ ਹੋਣਾ ਹੈ। ਯਾਦ ਰੱਖਿਓ, ਅੰਮ੍ਰਿਤ ਬਚਨ ਮੈਂ ਜਿਹੜੇ ਪੜ੍ਹ ਰਿਹਾ ਸਾਂ, ਸਤਿਗੁਰੂ ਉੱਥੇ ਭਗਤ ਕਬੀਰ ਸਾਹਿਬ ਦਾ ਸਲੋਕ ਕਹਿਣ ਲੱਗੇ, ਮਨ ਜਾਣਤ ਸਭ ਬਾਤ ਲੱਖ ਕੂੜੀਆਂ ਲੱਖ ਗਾਲ। ਕਹਿਣ ਲੱਗੇ ਮਨ ਜਾਣਤ ਸਭ ਬਾਤ, ਮਨ ਸਾਰਾ ਕੁਝ ਜਾਣਦਾ ਹੈ। ਇੱਕ ਆਮ ਮਨੁੱਖ ਹੈ, ਚਲੋ ਸੰਗਤ 'ਚੋਂ ਹੈ,
एक वो मनुख है जिहड़ा गुरु कोल आया, उन्होंने नहीं पता कि मैं किहड़ी गल कित्थे करनी है, किहड़ी कित्थे नहीं करनी। वो बोल दिंदा, हो सकदा वो बख्शिया जावे। वो कह सकता है कि मैनू पता नहीं सी जी। अदालत दे विच भी ना जिहड़ा सरकारी गवाह बन जाए उहदी अद्धी सज़ा माफ़ हो जाती है। जिहड़ा मनुख मन जावे मैनू पता नहीं सी, मेरे को गलती हो गई, उन्होंने तो माफ़ है, पर तेनू ते तू ते धर्म के ग्रंथ पढ़े हुए ने, धर्म का बाणा पाया, तेनू कित्थे माफ़ी मिलनी है। मन जानत सब बात, जानत ही औगन करे, काहे की पुसलात हाथ दीप, कुएं पड़े कित्थों दी सियाणप है, हाथ च दीवा फड़ के तू खूह दे विच डिग पवें, साब तेरे कोल जरूर मंगिया जाएगा। सतगुरु गुरु नानक साहब कह लगे, पंडित जी मैनू ये गल दसो, जे तुसी धर्म का बाणा पा के चोरियां जारियां पे कमाउंदे जे तो तुसी बख्शे कित्थे जाओगे। मैं बड़ी वारी एक गल गुरमुखों कहना ना, बाहरों कोई पाप करके आवे ना, वो गुरु घर आण के अरदास करदा कि मैनू बख्श लिओ, करते हैं ना। असी बड़े उन्होंने लोगों भंडते हैं जिहड़े विषय विकारां दे विच खचते, उन्होंने मत भंडो। वो बाहरी पाप करके आण के घट्टो घट इत्थे अपने आप नूं बख्शा लेंदे जे, जिहड़ा इत्थे बह के पाप करिया ही जांदा है वो कित्थे बख्शिया जाएगा। कदी इन्हां चीज़ां नूं असीं सोचिया करिए, बाहरों पाप कीता इत्थे बख्शे जाओगे, जे इत्थे पाप कर लिया इस तो गां थां कोई नहीं अगे कित्थे बख्शे जाना है। सतगुरु गुरु नानक साहब कह लगे, तू धर्म का बाणा पाया है, चिन्ह पाए हुए ने, जनेऊ पाया होया है, जे जनेऊ पा के ये विकार भोगदा पिया है, याद रखी तेनू रब दे घर दे विच थां नहीं मिलनी। लख चोरियां, लख जारियां, लख कूड़ियां, लख गाल, गाल दा अर्थ कीता मैं गालां कढनियां। अज तुसी किसी भी संत महात्मा की वीडियो देख लो, वो कोई ना कोई किसी ना किसी नूं इन्नी क भद्दी शब्दावली वरतदा हुंदा है ना, ये लै रब दा नां। अगे सतगुरु कह लगे, लख ठगियां, कहंदे तू लोकां दे नाल ठगियां मारदा है। अगे शब्द है जी पहनामियां। पहनामियां गुरु ग्रंथ साहिब दे विच इक्को वार शब्द आया, वो इत्थे आया आसा दी वार दे विच, पहनामियां शब्द इक्को वार ही आया। पहनामियां दा अर्थ हुंदा जी अमानत दे विच खयानत करनी। इनू मैं थोड़ा सौखा समझा देवां, ये चीज़ लैके उन्नू मुक्कर जाना, जां एक पेंडू शब्द असीं वरतदे हुंदे सां घापा मारना। किसी चीज़ दे विचों ये गोल मोल काम करके ते अपना हिस्सा कढ के ते किसी नूं प्रतख ना होंदे ना, घापा मारना, ठगी मारनी। चलो ठगी शब्द आ गया, ये किसी चीज़ नूं लैके मुक्कर जाना। सतगुरु कहण लगे, ये धर्मी मनुख की निशानी नहीं। लख ठगियां, पहनामियां, रात दिनस जी नाल, कहंदे तू अपनी जिंद नूं भी कोई नहीं बख्शदा, तू अपने आप नूं ही इन्ना क भुलेखा पाई जाना कि मेरे नाल दा सियाणा कोई नहीं है। मैं चलो एक दो तुहानूं उदाहरणां दे देना, धर्म की दुनिया 'च समझना सौखा हो जाएगा। जो असी मार्केट च जाने हैं ना, तुसी सारी मार्केट फॉलो, यदा मतलब ये नहीं कि तुसी रोज़ मार्केट जाते तुहानूं मार्केट बारे नॉलेज है, पर तुसी अपने आप नूं भुलेखा पाउंदे। जे असी कपड़े खरीदण जाने, चलो मैं कपड़े की उदाहरण लैना, साडे तन ते सारे दे कपड़े, कपड़े का भेत उन्होंने पता जिहड़ा कपड़े का काम करता है, दूजे बंदे नूं कोई नहीं पता। पर जदों भी असी कपड़े की दुकान जाने, ऐ कपड़ा फड़ फुड़ के ना अपने मन नूं इन्ना क भुलेखा दे देने कि मेरे तो वध कपड़े नूं नॉलेज कोई नहीं। चंगी तरह तसली करके फिर बस दुकान वाला भी बस करा देना, नहीं नहीं भाजी तुसी तो पछाण ही लिया, असली पछाण लिया, वाकई किते कपड़ा नहीं जाता। तो जो 4 दिन धो के वेखीदा परोला बनता, फिर मन सोचता है तुहानूं ते कपड़े की पछाण नहीं, अपने मन नूं भुलेखा पाउंदे। जे धर्म का पाना पा के होगे, धर्म की पछाण नहीं, मन का भुलेखा पाओगे, कित्थे बख्शे जाओगे। सतगुरु कहन लगे, रात दिनस जी नाल, अपने जिंद दे नाल ही ठगियां मारदा रह गया, अपने आप नूं भुलेखा पा लिया। आण के 2 जिहड़ियां सन बाटियां मांझ दित्तियां, 2 जोड़े झाड़ दिते, मैनूं माफ़ करना, किते अखा बंद करके रब रब कर लिया, अंदर दे हालात ना बदले, मन च भुलेखा पा के बैठ गया तेरे नाल दा महात्मा कोई नहीं, तेरे नाल दा संत कोई नहीं, तेरे नाल दा सेवक कोई नहीं। सतगुरु कहंदे किहनूं भुलेखा पाई जाना, अपने आप नूं। तुसीं वेखो मनुख अपने आप नूं भुलेखा पाई जांदा है। किते गुरद्वारे वालों किसी नूं सरोपा दे दिता जाए ना, ये बंदा बड़ा गुरमुख है, नाम जपदा, बाणी पढ़दा, बड़ी सेवा कर, वो बंदा फिर सारी दिहाड़ी फुल्लिया नहीं समाऊगा, जिहड़ा 2 बाटियां मांजदा 10 मांज के जांदा कि मैं पता नहीं वो किन्ना क तां पहुँच गया। सतगुरु कहंदे अपने आप नाल ही सारा कुछ करी जाना है। रात दिनस जी नाल, सतगुरु कह लगे, पंडित जी तुसी ठगियां मारदे जे, तुसी पहनामियां करदे जे, तुसी लोकां दे जिहड़ा वो हक खो के खांदे पए जे। तो ये धर्म की दुनिया च बहुत कुछ हुंदा जी। 2 इस रिश्ते ने साडे गुरु नाल, ये शब्दां दे नाल मैं कह देवां, प्रबंधकां दे 2 रिश्ते हुंदे ने, एक गग्गा गोलक, एक गग्गा गुरु। गग्गे ते गोलक है, गग्गे ते गुरु है। जिन्ने भी प्रबंधक ने 99% गग्गा गोलक तक पहुँच जाते हैं, गुरु तक कोई नहीं पहुँचता। प्रबंधकां दा पूरा ध्यान गोलक दे उत्ते हुंदा है। सारे गुरुद्वारियां दा इहो हाल है कि पता नहीं कित्थों पैसा आउणा, कित्थे जाना। जिन्नियां अज गुरु घर दीयां गोलकां लुट्टियां जांदियां ने ना, उन्होंने मैंने जापदा आ जिहड़े तुहाडे क्लब क्लूब ने, इन्हां दा हिसाब किताब नहीं। उत्ते कैमरा लगा है, शाम नूं जिहड़ा कैशियर है उन्होंने हिसाब देना पैंदा है
कैशियर क्लब का हिसाब तो पूरा सही सही दे देगा, पर गुरु की गोलक का किसी को हिसाब नहीं दिता जाता। वड्डियां वड्डियां गोलकां खादियां जांदियां ने, छोटियां तो छोटियां गोलकां भी खादियां जांदियां ने। ਲੱਖਾਂ रुपये गुरु घर के खाधे जाते हैं, कितने 10 भी आ जाए मेरे वर्गे के हथ वो भी नहीं छड्डे, वो भी खाधे जाते हैं। सतगुरु कह लगे पहनामियाँ किन्नियां क पहनामियाँ करेगा, किन्नियां क ठगियां मारेगा, लख ठगियां। सतगुरु कह लगे लखां वार तू ठगियां मारदा है, लख ठगियां पहनामियाँ। पहनामियाँ का मैं अर्थ किया अमानत विच खयानत, भाव चीज़ लैके मुकर जाना। किसी को चीज़ लई 2-4 दिन भुल जाना गल वक्री हुंदी है, पर मुकर जाना ये जिहड़ी है सतगुरु कहते बहुत तगड़ी गलती, ये बख्शी नहीं जाएगी। तो अमृत बाणी का फैसला है, जे तू मुकरदा पिया है तो याद रखी तेरे हाल मूर्खां वाले ने। केते लै लै मुकर पाहे, केते मूर्ख खाही खाए। सतगुरु कहते ये मूर्खां दे गुण ने, तू रब दे घर दीयां चीज़ां जां किसी मनुख दे कोलों कोई चीज़ लैके ते खा जाना है। मैं एक छोटी उदाहरण दे के अपने विषय वाल आवां। चलो असी कालजां दे विच पढ़दे हां, यूनीवर्सिटियां च पढ़दे, जिहड़े बच्चे पीजियां दे विच होस्टलां च रहिंदे ने, कई वारी तुसीं वेखो रूममेट दे नाल ना कि किसी वेले उहदा किसी दा पैन कढ लिया, किसी दी कापी कढ ली, किसी दी किताब लका ली। मैं भी पढ़िया कालज दे विच, मैनूं पता सारा कुछ हुंदा है। तुसीं एक वार किसी दी किताब लका लोगे ना, सारी उम्र किताब तुहाडे कोल पई है, जदों भी किताब चुकोगे तुहाडे मन च आवेगा ये चोरी दी किताब है, तुहाडे मूँह ते उदों ही किताब चपेड़ा मारेगी। किताब का मुल हो सकता 100 रुपया, 200, वध तो वध 1000-1200 की होएगी, लख की तो आउणों रही। 100-200 हज़ार रुपये की किताब है, पर सारी उम्र तुहानूं वो लानता पाउंदी रहेगी कि मना ये तू चोरी चुकी सी। जे किताब लानता पाउंदी है तो जो रब के घर च जाओगे रब लानता नहीं पाऊगा। सतगुरु कह लगे लख ठगियां पहनामियां रात दिनस जी नाल। सतगुरु कह लगे पंडित जी पांदा हरदयाल जी एक गल चेता रखियो, आ कुछ धागा पा के तुसी करदे पए जे, बाकी जिहड़ा फिजिकल तौर पर तुसी पाए होए जिहड़े चिन्ह की गल करदे जे ना, वो धागे की कीमत किन्नी क है, वो किन्ना क जिहड़ा प्रमाण है। सतगुरु कह लगे तग कपाहो, कक्का पप्पा डबल हाहा लगा होया, कला कपाहा ते हाहे नूं औंकड़ इहदा उचारण होएगा। तग कपाहो कत्ती है बामण, इत्थे पाठ ब्राह्मण नहीं है, बब्बे नूं कन्ना मम्मे दे थल्ले हा हलंत है ते नाना लगा होया बामण, इनू भारा करके पढ़ना है। तो सतगुरु कह लगे तग कपाहो कत्ती है बामण वट्टे आए। कहंदे तग जिहड़ा सी कपाह नूं लिया के कत्तिया गया, जदों उहदा सूत कत्तिया तो जजमान के घर दे विच पंडित बैठ के मंत्र पढ़ के उन्होंने वट पिया चाढ़दा। इन्ना की सिद्धांत है। सतगुरु कहते तुहाडा तग कपाहो कत्ती है बामण वट्टे आए, इधर सूत कत्तिया जा रहा है, ये इधर जिहड़ा जनेऊ नूं वट चढ़ते पे ने, दूजे पासे बकरे नूं तड़का लगता पिया है। कह लगे कोह बकरा रिन खाया, कोह दा अर्थ है मार के। सतगुरु कहते एक पासे तू कहना मैं धर्म का बाणा पाउणा है, मैं तेनू दया की गल कीती है, दूजे पासे तू बकरियां नूं तड़का लाउंदा फिरदा है। एक पासे धर्म ने जिहड़ा सी दुनिया के चस्कियां तो निर्लेप करना सी, दूजे पासे तू जबान के चस्कियां दे विच लगा होया है। मैं पिछले दिनें भी चस्के की गल की सी, याद रखियो जिन्ना चिर चस्कियां तो नहीं ना निकलते, रसां चों नहीं निकलते, उन्ना चिर नाम का रस हिरदे च आण के नहीं जे टिकना। अमृत बाणी का फैसला है। कह लगे रस रूपा रस कामन रस परमल की वास, रस घोड़े रस सेजा मंदर, रस मिठा रस मास, एते रस शरीर के कै घट नाम निवास। कहते सोने का रस, चांदी का हीरे मोतियां का, इस्त्री का रस, महलों माड़ियां का रस, मिठे का रस, लूण वालियां चीज़ों का रस, मास का रस, आ सारे रस तो तेनों खाते पे ने। फिर तू आना कि मैं चौंकड़ा मार के हिरदे च नाम टिका ला, नाम किदां टिक जाएगा? मन एक बार इक्के थां दे उत्ते टिकदा जी। रस आउंदा है सानूं, तुसीं रोटी खांदे जे अखा बंद करके नेरे च भी खा लो, जे नमकीन वाली चीज़ खाओगे जुबान फट दस देगी तेरी रसना ते जुबान ते जिहड़ी ओ नमकीन वाली चीज़ है, मिठा आएगा मिठा दस देगा। तेरा ध्यान मिठे ते नमकीन च तां तैनूं पता है। जिस दिन नाम का रस चखन लग पिया, गुरु एक बारी आखेगा उहदे दर ते प्रवान हो जाएगा, तेरी जुबान दस देगी अज तैनूं नाम का रस आ चुका है। पर साडे मन च इन्ने रस इकट्ठे हो चुके ने, याद रखियो उत्थे नाम का रस कित्थे आण के टिकेगा। सतगुरु कहंदे तुसीं जिथे धर्म की गल रसां तो उपर करके करनी सी, जिथे मनुख नूं विषय वासना तो चुकना सी, जिथे मनुख नूं रसां तो चुक के नाम का रस देना सी, उत्थे तुसीं जुबान का रस अपना लाला सुटदे फिरदे जे। ये उन्हां समयां च हुंदा सी। अज भी साडे जिहड़े विआह ने ना वो इन्हां तरीकिਆਂ दे नाल ही चलदे ने। चलो विआहां दी गल छड्डो, माफ़ करना, अज गुरु घरां दे लंगर भी रसां कसां दे उत्ते चस्कियां ते रह गए, इस तो वध होर कुछ नहीं। तुसीं लंगर दे विच सिंपल दाल फुलका पाओ ना, संगत नहीं जे आउंदी। सच्ची गल है, संगत भी पुछदी है की पाउणा है।
ਜੇ ਜਿਸ ਵੇਲੇ घर ਦੇ ਸੁਣਾ ਦਿੰਦੇ ਨਾ, ਚਲੋ ਕੋਈ ਮਖੌਲ ਦੇ ਨਾਲ ਹਾਸੇ ਦੇ ਨਾਲ ਹੀ ਪੁੱਛ ਲੇ, ਪੁੱਛ ਹੀ ਲੈਂਦੇ ਨੇ ਕੀ ਖਵਾਓਗੇ, ਉਹਦਾ ਮਤਲਬ ਇਹ ਹੁੰਦਾ ਮੈਂ ਆ ਤੇ ਜਾਊਂਗਾ, ਖੀਰ ਖੂਰ ਹੈਗੀ ਹੈ, ਸੇਵੀਆਂ ਹੈਗੀਆਂ ਕਿ ਫੋਕਾ ਕੰਮ ਸਾਰ ਦੋਗੇ। ਯਾਦ ਰੱਖਿਓ ਅੱਜ ਗੁਰੂ ਘਰਾਂ ਦੇ ਲੰਗਰ ਵੀ ਚਸੇ ਜਿਹੜੇ ਨੇ ਉਹ ਰਸ ਹੀ ਬਣ ਚੁੱਕੇ ਨੇ, ਚਸਕਿਆਂ ਦੇ ਉੱਪਰ ਹੀ ਅਸੀਂ ਨਿਰਭਰ ਹਾਂ। ਉਹ ਇੱਥੇ ਦਾਲ ਬਣਦੀ ਸੀ, ਮੈਂ ਇੱਕ ਦਿਨ ਪਹਿਲਾਂ ਇੱਥੇ ਅਰਜ਼ ਵੀ ਕੀਤੀ ਸੀ, ਇਹ ਯਾਦ ਰੱਖਿਓ ਬਿਲਕੁਲ ਸਿੰਪਲ ਦਾਲ ਸੀ ਗੁਰੂ ਘਰ ਦੀ। ਇੱਕ ਦਾਲਾਂ ਨੂੰ ਤੁਸੀਂ ਘਰਾਂ 'ਚ ਤੜਕਾ ਲਾਉਂਦੇ ਜੇ ਨਾ, ਗੁਰੂ ਘਰ ਦੀ ਲੰਗਰ ਦੀ ਦਾਲ ਨੂੰ ਤੜਕਾ ਨਹੀਂ ਕਦੀ ਵੀ ਲੱਗਦਾ, ਉਹਦੀ ਰਿੱਝਦੀ ਦੇ ਵਿੱਚ ਹੀ ਸਾਰੇ ਪਦਾਰਥ ਪਾਏ ਜਾਂਦੇ ਨੇ। ਹਰਿਮੰਦਰ ਸਾਹਿਬ ਤੇ ਸ਼ਹੀਦਾਂ ਸਾਹਿਬ ਦੀ ਦਾਲ ਖਾ ਕੇ ਵੇਖ ਲਿਓ, ਉਹਦੇ ਨਾਲ ਦਾ ਸਵਾਦ ਕਿਤੇ ਨਹੀਂ ਮਿਲਦਾ, ਉਹ ਰਿੱਝਦੀ 'ਚ ਸਾਰਾ ਕੁਝ ਪਾਇਆ ਜਾਂਦਾ। ਇਹਦਾ ਭਾਵ ਸੀ ਹਰ ਪ੍ਰਕਾਰ ਦਾ ਪ੍ਰਾਣੀ, ਹਰ ਬਿਮਾਰੀ ਦਾ ਪ੍ਰਾਣੀ ਜਿਹੜਾ ਉਹ ਪ੍ਰਸ਼ਾਦਾ ਛਕ ਸਕਦਾ ਸੀ, ਸਿੰਪਲ ਪ੍ਰਸ਼ਾਦਾ ਹੁੰਦਾ ਸੀ ਬਿਲਕੁਲ ਗੁਰੂ ਘਰ ਦਾ। ਅੱਜ ਇੰਨੇ ਕੁ ਤੜਕੇ ਲਾਏ ਜਾਂਦੇ ਨੇ, ਆਹ ਪ੍ਰਬੰਧਕਾਂ ਦਾ ਵੱਖਰਾ ਹੈ ਜੀ, ਇਹ ਆਹ ਜਿਹੜੇ ਸਾਡੇ ਜਥੇ ਆਏ ਦੇ ਇਹਨਾਂ ਦਾ ਵੱਖਰਾ ਹੈ, ਆਹ ਸੰਗਤ ਦਾ ਵੱਖਰਾ ਹੈ, ਬਚਿਆ ਖੁਚਿਆ ਦੇ ਵਿੱਚ ਪਾਣੀ ਪਾ ਕੇ ਤੇ ਜਿਹੜਾ ਰਹਿ ਜਾਂਦੇ ਨੇ ਆਹ ਝੌਂਪੜੀਆਂ ਵਾਲਿਆਂ ਦਾ ਵੱਖਰਾ ਹੈ। ਸਤਿਗੁਰੂ ਕਹਿੰਦੇ ਤੂੰ ਚਸਕਿਆਂ ਦੇ ਵਿੱਚ ਫਸਿਆ ਫਿਰਦਾ, ਨਾਮ ਕਿੱਥੇ ਆਣ ਕੇ ਟਿਕੇਗਾ। ਗੁਰੂ ਘਰ ਸੁਣਨ ਵਾਸਤੇ ਆਉਣਾ ਤੇ ਨਾਮ ਸੀ, ਲੈਣ ਤੇ ਗੁਰਬਾਣੀ ਆਉਣੀ ਸੀ। ਚਲੋ ਮੈਂ ਸਮਾਪਤੀ ਵਾਲਾ ਆਵਾਂ, ਇੱਕ ਛੋਟੀ ਜੀ ਉਦਾਹਰਨ ਦੇ ਦਿੰਦਾ। ਇੱਕ ਬੱਚਾ ਸਕੂਲ ਦੇ ਵਿੱਚ ਜਾਂਦਾ ਹੈ, ਉਹਦੇ ਮੋਢੇ ਉੱਤੇ ਬਸਤਾ ਹੈ, ਬਸਤੇ ਦੇ ਵਿੱਚ ਦੋ ਚੀਜ਼ਾਂ ਨੇ, ਇੱਕ ਮਾਤਾ ਉਹਦੀ ਨੇ ਪਰੌਂਠੀ ਬਣਾ ਕੇ ਦਿੱਤੀ ਹੈ, ਇੱਕ ਉਹਦੇ ਪਿਤਾ ਨੇ ਕਿਤਾਬਾਂ ਖਰੀਦ ਕੇ ਦਿੱਤੀਆਂ ਹੋਈਆਂ ਨੇ। ਬਸਤੇ ਦੇ ਵਿੱਚ ਦੋ ਚੀਜ਼ਾਂ ਨੇ, ਇੱਕ ਖਾਣਾ ਪਰੌਂਠੀ ਪਈ ਹੋਈ ਹੈ, ਇੱਕ ਜਿਹੜਾ ਹੈ ਉਹਦੇ ਵਿੱਚ ਕਿਤਾਬਾਂ ਪਈਆਂ ਹੋਈਆਂ ਨੇ। ਹੁਣ ਬੱਚਾ ਜਾਵੇ ਸਕੂਲ 'ਚ ਜਾ ਕੇ ਟਿਫਨ ਖੋਲੇ, ਪਰੌਂਠੀ ਖਾ ਕੇ ਤੇ ਢਿੱਡ ਤੇ ਹੱਥ ਫੇਰ ਕੇ ਘਰ ਨੂੰ ਆ ਜੇ। ਇੱਕ ਦਿਨ ਹੋਇਆ, 2 ਦਿਨ ਹੋਇਆ, 4 ਦਿਨ ਹੋਇਆ, ਮਾਂ ਪੁੱਛੇਗੀ ਪੁੱਤ ਸਕੂਲੇ ਕੀ ਕੀਤਾ, ਆਖੇ ਕਿ ਮਾਂ ਮੈਂ ਪੜ੍ਹਿਆ ਤੇ ਕੁਛ ਨਹੀਂ, ਪਰ ਜਿਹੜੀ ਤੂੰ ਪਰੌਂਠੀ ਬਣਾਈ ਸੀ ਉਹ ਬੜੀ ਸਵਾਦ ਸੀ, ਉਹ ਮੈਂ ਖਾ ਕੇ ਆ ਗਿਆ। ਮਾਂ 2 ਦਿਨ 3 ਦਿਨ ਬਰਦਾਸ਼ਤ ਕਰੇਗੀ, ਚੌਥੇ ਦਿਨ ਆਖੇਗੀ ਪਰੌਂਠੀਆਂ ਤੈਨੂੰ ਘਰ ਵੀ ਲਾ ਕੇ ਦੇ ਸਕਦੀ, ਉੱਥੇ ਤੂੰ ਪਰੌਂਠੀ ਖਾ ਨਹੀਂ, ਉੱਥੇ ਤੂੰ ਪੜ੍ਹਾਈ ਕਰਨ ਜਾਂਦਾ ਹੈ। ਅਸੀਂ ਗੁਰੂ ਘਰ ਆਉਂਦੇ, ਇੱਥੇ ਵੀ ਦੋ ਚੀਜ਼ਾਂ ਨੇ, ਗੁਰੂ ਕਾ ਲੰਗਰ ਹੈ, ਇੱਥੇ ਸ਼ਬਦ ਦਾ ਲੰਗਰ ਹੈ। ਸ਼ਬਦ ਦਾ ਲੰਗਰ ਨਿੱਕਾ ਜਿਹਾ ਕਰਕੇ ਲਿਖਿਆ ਹੁੰਦਾ ਹੈ, ਗੁਰੂ ਕਾ ਲੰਗਰ ਮੋਟਾ ਕਰਕੇ ਲਿਖਿਆ ਹੁੰਦਾ, ਔਰ ਗੁਰੂ ਕਾ ਲੰਗਰ ਅਟੁੱਟ ਵਰਤੇਗਾ। ਸਾਡਾ ਸਾਰਾ ਧਿਆਨ ਇਸੇ ਪਾਸੇ ਹੁੰਦਾ ਕਿ ਅੱਜ ਲੰਗਰ ਦੇ ਵਿੱਚ ਕੀ ਬਣਿਆ, ਸ਼ਬਦ ਦੇ ਵਿੱਚ ਕੀ ਚੱਲਦਾ ਪਿਆ ਹੈ। ਮੇਰੇ ਖਿਆਲ ਦੇ ਵਿੱਚ 90% ਸੰਗਤ ਨੂੰ ਇਹੋ ਕੋਈ ਨਹੀਂ ਪਤਾ ਲੱਗਦਾ। ਸਤਿਗੁਰੂ ਕਹਿਣਗੇ ਕਿੱਥੇ ਆਣ ਕੇ ਗੱਲ ਕਰੋਗੇ, ਲੰਗਰ ਤੁਸੀਂ ਘਰਾਂ 'ਚ ਖਾਂਦੇ ਜੇ, ਪ੍ਰਸ਼ਾਦਾ ਘਰਾਂ 'ਚ ਪੱਕਦਾ, ਇੱਥੇ ਆਉਣਾ ਸੀ ਗੁਰੂ ਦੇ ਸਿਧਾਂਤ ਨੂੰ ਸਮਝ ਲੱਗਦੀ, ਸ਼ਬਦ ਦਾ ਪਤਾ ਲੱਗਦਾ ਗੁਰੂ ਕਹਿ ਕੀ ਰਿਹਾ ਹੈ। ਪਰ ਇੱਥੇ ਆਏ ਅਸੀਂ ਲੰਗਰ ਦੀ ਵਾਹ-ਵਾਹ ਕਰਦੇ, ਕਿਤੇ ਕਹਿਤਾ ਲੂਣ ਘੱਟ ਹੈ, ਕਿਤੇ ਕਹਿਤਾ ਵੱਧ ਹੈ, ਕਿਤੇ ਕਹਿਤਾ ਅੱਜ ਤੜਕਾ ਬੜਾ ਸਵਾਦ ਲੱਗਾ ਸੀ, ਪਰ ਗੁਰੂ ਦੇ ਸ਼ਬਦ ਦਾ ਕਿਹੜਾ ਕਨਸੈਪਟ ਚੱਲਦਾ ਸੀ, ਪ੍ਰਕਰਨ ਕਿਹੜਾ ਸੀ, ਇਹ ਪਤਾ ਨਾ ਲੱਗਾ। ਗੁਰੂ ਘਰ ਆਉਣ ਦਾ ਕੋਈ ਲਾਭ ਨਹੀਂ ਹੋ ਜਾਏਗਾ। ਸਤਿਗੁਰੂ ਇੱਥੇ ਸਮਝਾ ਰਹੇ ਨੇ। ਸਤਿਗੁਰੂ ਕਹਿ ਲਗੇ ਕੋਹ ਬੱਕਰਾ ਰਿੰਨ ਖਾਇਆ, ਕਹਿੰਦੇ ਇੱਕ ਪਾਸੇ ਤੁਸੀਂ ਕਹਿੰਦੇ ਜਨੇਊ ਪਾਉਣਾ ਧਾਰਮਿਕ ਰਸਮ ਹੈ, ਦੂਜੇ ਪਾਸੇ ਜ਼ੁਬਾਨ ਦੇ ਚਸਕੇ ਤੁਹਾਡੇ ਨਹੀਂ ਮੁੱਕਦੇ ਪਏ। ਬੱਕਰਾ ਰਿੰਨ ਕੇ ਖਾਈ ਜਾਂਦੇ ਤੇ ਸਭ ਕੋ ਆਖੈ ਪਾਏ, ਤੇ ਜਿਹੜੇ ਬੱਕਰਾ ਖਾਂਦੇ ਨੇ ਨਾ, ਇੱਕ ਪਾਸੇ ਹੱਡੀਆਂ ਚੂਸਦੇ ਪਏ ਨੇ, ਦੂਜੇ ਪਾਸੇ ਵਧਾਈਆਂ ਦਿੰਦੇ ਨੇ ਕਿ ਤੇਰੇ ਪੁੱਤਰ ਨੇ ਜਨੇਊ ਪਾ ਲਿਆ, ਵਧਾਈ ਹੋਵੇ ਵਧਾਈ ਹੋਵੇ। ਸਤਿਗੁਰੂ ਕਹਿੰਦੇ ਕਿਹੋ ਜਿਹੇ ਪਾਸੇ ਚੱਲ ਪਏ ਤੁਸੀਂ, ਕਿਹੜੀ ਖੁਸਰਿਆਂ ਵਾਲੇ ਕੰਮ ਕਰਦੇ ਜੇ, ਇਹ ਵਧਾਈਆਂ ਦੇਣਾ ਇਹ ਜੇ। ਇੱਥੇ ਅਸੀਸ ਯਾਦ ਰੱਖਿਓ, ਵਧਾਈ ਤੇ ਅਸੀਸ ਵਿੱਚ ਫਰਕ ਹੁੰਦਾ ਹੈ। ਗੁਰੂ ਘਰ ਦੇ ਵਿੱਚ ਵਧਾਈ ਨਹੀਂ, ਗੁਰੂ ਘਰ 'ਚ ਅਸੀਸ ਦਿੱਤੀ ਜਾਂਦੀ ਹੈ। ਪੂਤਾ ਮਾਤਾ ਕੀ ਅਸੀਸ ਨਿਮਕ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼। ਸਤਿਗੁਰੂ ਕਹਿੰਦੇ ਕਿਹੜੇ ਪਾਸੇ ਤੁਰ ਪਏ, ਕੋਹ ਬੱਕਰਾ ਰਿੰਨ ਖਾਇਆ ਸਭ ਕੋ ਆਖੈ ਪਾਏ, ਕਹਿੰਦੇ ਬੱਕਰਾ ਖਾਧਾ ਪੀਤਾ ਗਿਆ, ਜਨੇਊ ਪਾ ਗਿਆ, ਲੋਕ ਵਧਾਈਆਂ ਦੇ ਕੇ ਖਾ ਪੀ ਕੇ ਘਰਾਂ ਨੂੰ ਚਲੇ ਗਏ। ਉਸ ਤੋਂ ਬਾਅਦ ਸਤਿਗੁਰੂ ਕਹਿੰਦੇ ਕੁਝ ਸਮਾਂ ਨਿਕਲਿਆ, ਕੁਝ ਸਾਲ ਨਿਕਲੇ, ਹੋਏ ਪੁਰਾਣਾ, ਕਹਿੰਦੇ ਜਿਹੜਾ ਪਾਇਆ ਹੋਇਆ ਜਨੇਊ ਸੀ ਪੁਰਾਣਾ ਹੋ ਗਿਆ। ਹੋਏ ਪੁਰਾਣਾ, ਜਦੋਂ ਪੁਰਾਣਾ ਆਇਆ ਉਹਦੀਆਂ ਤੰਦਾਂ ਟੁੱਟਣ ਲੱਗੀਆਂ ਤੇ ਟੁੱਟਿਆ। ਸਤਿਗੁਰੂ ਕਹਿ ਲਗੇ ਹੋਏ ਪੁਰਾਣਾ ਸੁੱਟੀਆ, ਕਹਿੰਦੇ ਉਹ ਜਿਹੜਾ ਟੁੱਟਦਾ ਜਾਂਦਾ ਸੀ ਜਨੇਊ ਧਾਗੇ ਨਿਕਲਦੇ ਸਨ, ਉਹਨੂੰ ਤੋੜ ਕੇ ਤੇ ਬਾਹਰ ਸੁੱਟ ਦਿੱਤਾ। ਹੋਏ ਪੁਰਾਣਾ ਸੁੱਟੀਏ ਭੀ ਫਿਰ ਪਾਈਐ ਹੋਰ, ਤੇ ਨਵਾਂ ਜਨੇਊ ਲੈ ਕੇ ਪਾ ਲਿਆ। ਹੁਣ ਉਹ ਪਖੰਡ ਨਹੀਂ ਕੀਤਾ ਗਿਆ, ਨਾ ਤੇ ਹੁਣ ਬੱਕਰੇ ਰਿੰਨੇ ਗਏ, ਨਾ ਪੰਡਿਤ ਨੂੰ ਸੱਦਿਆ ਗਿਆ, ਨਾ ਪ੍ਰੋਹਿਤ ਨੂੰ ਸੱਦਿਆ ਗਿਆ, ਨਾ ਰਿਸ਼ਤੇਦਾਰ, ਕੁਛ ਨਹੀਂ ਹੋਇਆ। ਕਿਹਾ ਗਿਆ ਚਲੋ ਲੈ ਕੇ ਤੇ ਦੁਕਾਨ ਤੋਂ ਪਾ ਲਓ, ਕੰਮ ਨਿਬੜਿਆ। ਕਹਿ ਲਗੇ ਹੋਏ ਪੁਰਾਣਾ ਸੁੱਟੀਏ ਭੀ ਫਿਰ ਪਾਈਐ ਹੋਰ। ਸਤਿਗੁਰੂ ਅਖੀਰ ਤੇ ਕਹਿਣ ਲੱਗੇ ਪੰਡਿਤ ਜੀ ਇੱਕ ਗੱਲ ਯਾਦ ਰੱਖਿਓ, ਨਾਨਕ ਤੱਗ ਨਾ ਟੁੱਟਈ। ਕਹਿਣ ਲੱਗੇ ਅਸਲੀ ਜਨੇਊ ਜੇ ਨਾਮ ਦਾ ਹੁੰਦਾ ਉਹ ਕਦੇ ਨਾ ਟੁੱਟਦਾ, ਜੇ ਤੱਗ ਹੋਵੇ ਜ਼ੋਰ, ਜੇ ਜ਼ੋਰ ਵਾਲਾ ਸ਼ਕਤੀਸ਼ਾਲੀ ਭਾਵ ਜੇ ਦਇਆ ਦੇ ਵਿੱਚੋਂ, ਦਇਆ ਦੀ ਕਪਾਹ ਦੇ ਵਿੱਚੋਂ ਜਨੇਊ ਤਿਆਰ ਹੁੰਦਾ, ਉਹਨੂੰ ਨਾ ਕਦੀ ਮੈਲ ਲੱਗਦੀ, ਨਾ ਕਦੀ ਟੁੱਟਦਾ। ਤੁਹਾਡਾ ਬਣਾਇਆ ਹੋਇਆ ਜਨੇਊ ਟੁੱਟ ਗਿਆ, ਪਰ ਜੇ ਨਾਮ ਦਾ ਜਨੇਊ ਹੈ ਇਹ ਕਦੀ ਟੁੱਟੇਗਾ ਨਹੀਂ, ਇਹਨੂੰ ਮੈਲ ਨਹੀਂ ਲੱਗੇਗੀ। ਨਾਨਕ ਤੱਗ ਨਾ ਟੁੱਟਈ, ਉਹ ਧਾਗਾ, ਉਹ ਜਨੇਊ, ਉਹ ਕਕਾਰ ਕਦੀ ਨਹੀਂ ਗੁਰਮੁਖ ਗਵਾਚ ਜੇ ਤੱਗ ਹੋਵੇ ਜ਼ੋਰ, ਜਿਹਦੇ ਵਿੱਚ ਜ਼ੋਰ, ਜਿਹਦੇ ਵਿੱਚ ਸ਼ਕਤੀ ਭਾਵ, ਜਿਹਦੇ ਵਿੱਚ ਸਿਧਾਂਤ ਖਲੋਤਾ। ਜੇ ਤੇਰੇ ਕਿਰਪਾਨ ਪਾਉਣ ਦੇ ਮਗਰ ਸਿਧਾਂਤ ਹੈ, ਇਹਨੂੰ ਅੱਗ ਸਾੜ ਨਹੀਂ ਸਕੇਗੀ। ਮੈਂ ਕੱਲ ਵੀ ਕਿਹਾ ਸੀ ਅੰਮ੍ਰਿਤ ਭੰਗ ਨਹੀਂ ਹੋਵੇਗਾ। ਜੇ ਸਿਧਾਂਤ ਗਵਾਚ ਗਿਆ, ਪਾਈ ਤੇ ਨਾ ਪਾਈ ਹੋਈ ਇੱਕ ਬਰਾਬਰ ਹੈ। ਸੋ ਇੰਨੀਆਂ ਬੇਨਤੀਆਂ ਪ੍ਰਵਾਨ, ਕੱਲ ਸਤਿਗੁਰੂ ਸਿਧਾਂਤ ਸਮਝਾਉਣਗੇ, ਮਤਾ ਮਨ 'ਚ ਭੁਲੇਖਾ ਰੱਖਿਓ।
कि सतगुरु भंडी जा रहे ने। कल सतगुरु दसणगे पुੱਤ जे जनेऊ पाउणा है तो आ मैं तेनों दसां किहड़ा जनेऊ पाउणा ते किहड़े जनेऊ दे नाल रब दे घर च इज्जत मिलनी है। नाए मन्निया पत उपजै सा लाही सच सूत। ये आपां कल नूं वेखांगे। इन्नियां बेनतियां प्रवान होईयां, भुल्लां गलतियां दी खिमा। आओ पावन पंक्तियां दा जाप सरवण करके समाप्ति करिए। होए पुराणा सुटिए भी फिर पाइए होर, नानक तग न टुटई जे तग होवै जोर। वाहिगुरु जी का खालसा, वाहिगुरु जी की फतेह।